ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 1 ਮਾਰਚ ਦਾ ਦਿਨ। ਜੈਤੋ ਮੋਰਚੇ ਵਾਸਤੇ ਗ੍ਰਿਫਤਾਰੀ ਦੇਣ ਵਾਸਤੇ 500 ਸਿੱਖਾਂ ਦਾ 15ਵਾਂ ਸ਼ਹੀਦੀ ਜੱਥਾ 1 ਮਾਰਚ 1925 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ। 1960 ਪੰਜਾਬ ਸਰਕਾਰ ਨੇ ਬੋਲੀ ਦੇ ਮਸਲੇ ਦੇ ਹੱਲ ਵਾਸਤੇ 26 ਮੈਂਬਰੀ ਕਮੇਟੀ ਬਣਾਈ। 19 ਜਨਵਰੀ 1960 ਨੂੰ ਗੁਰਦੁਆਰਾ ਚੋਣਾਂ ਦੇ ਸਾਰੇ ਨਤੀਜੇ ਨਿਕਲ ਆਏ। ਅਕਾਲੀ ਦਲ ਨੇ 140 ਚੋਂ 137 ਤੇ ਸਾਧ ਸੰਗਤ ਬੋਰਡ ਨੇ 3 ਸੀਟਾਂ ਜਿੱਤੀਆਂ। ਦੇਸ਼ ਭਗਤ ਪਾਰਟੀ ਦਾ ਬਿਲਕੁਲ ਸਫਾਇਆ ਹੋ ਗਿਆ। ਇਨ੍ਹਾਂ ਚੋਣਾਂ 'ਚ 11,44,299 ਵੋਟਾਂ ਪਈਆਂ, ਜਿਨ੍ਹਾਂ 'ਚੋਂ ਅਕਾਲੀ ਦਲ ਨੂੰ 7,79,118 ਯਾਨੀ 68% ਪਈਆਂ ਤੇ ਸਾਧ ਸੰਗਤ ਬੋਰਡ ਨੂੰ 22% ਤੇ ਦੇਸ਼ ਭਗਤ ਪਾਰਟੀ ਨੂੰ ਯਾਨੀ ਕਾਮਰੇਡਾਂ ਨੂੰ ਸਿਰਫ 6% ਵੋਟਾਂ ਪਈਆਂ। ਅਕਾਲੀ ਦਲ ਨੇ ਕਿਉਂਕਿ ਚੋਣਾਂ ਪੰਜਾਬੀ ਸੂਬੇ ਦੇ ਸਵਾਲ ਤੇ ਲੜੀਆਂ ਸਨ, ਇਸ ਕਰਕੇ ਦਲ ਨੇ ਕੀਤੇ ਵਾਅਦੇ ਮੁਤਾਬਕ 24 ਜਨਵਰੀ 1960 ਦੇ ਦਿਨ ਪੰਜਾਬੀ ਸੂਬੇ ਦੀ ਕਾਇਮੀ ਲਈ ਮੋਰਚੇ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੇ 129 ਮੈਂਬਰਾਂ ਨੇ ਇਸ ਦਿਨ ਅਕਾਲ ਤਖ਼ਤ ਸਾਹਿਬ ਤੇ ਪ੍ਰਣ ਕੀਤਾ ਕਿ ਉਹ ਪੰਜਾਬੀ ਸੂਬੇ ਵਾਸਤੇ ਜਾਨਾਂ ਤੱਕ ਵਾਰ ਦੇਣਗੇ। ਇਹ ਪ੍ਰਣ ਕਰਨ ਵੇਲੇ 10,000 ਸਿੱਖ ਹਾਜ਼ਰ ਸਨ। ਮਹਾਰਾਜਾ ਪਟਿਆਲਾ ਨੇ 3 ਫਰਵਰੀ 1960 ਨੂੰ ਪੰਜਾਬੀ ਸੂਬੇ ਦੀ ਮੁਖਾਲਫਤ ਬਾਰੇ ਬਿਆਨ ਦਿੱਤਾ। ਸਾਧ ਸੰਗਤ ਬੋਰਡ ਨੇ ਗੁਰਦੁਆਰਿਆਂ 'ਚ ਸਿਆਸਤ ਦੀ ਮੁਖਾਲਫਤ ਕੀਤੀ। ਸਾਧ ਸੰਗਤ ਬੋਰਡ ਦੀ ਇੱਕ ਮੀਟਿੰਗ 22 ਜਨਵਰੀ 1960 ਨੂੰ ਲੁਧਿਆਣੇ ਜੋਗਿਆਣਾ ਗਾਰਡਨ 'ਚ ਹੋਈ। ਇਸ 'ਚ ਗਿਆਨੀ ਪ੍ਰਤਾਪ ਸਿੰਘ ਰਾੜੇਵਾਲਾ, ਕੈਰੋਂ ਗਿਆਨੀ ਕਰਤਾਰ ਸਿੰਘ ਦਰਬਾਰਾ ਸਿੰਘ, ਜਨਰਲ ਮੋਹਨ ਸਿੰਘ, ਰਾਮਦਿਆਲ ਸਿੰਘ, ਗੋਪਾਲ ਸਿੰਘ ਖਾਲਸਾ ਤੇ ਰਜਿੰਦਰ ਸਿੰਘ ਆਦਿ ਸ਼ਾਮਲ ਹੋਏ। ਇਸ ਬੋਰਡ ਨੇ ਅਕਾਲੀ ਦਲ ਦੀ ਭਰਪੂਰ ਮੁਖਾਲਫਤ ਕਰਨ ਦਾ ਫੈਸਲਾ ਕੀਤਾ। ਕਾਂਗਰਸ ਸਰਕਾਰ ਨੇ ਅਕਾਲੀ ਦਲ ਦੀ ਪੰਜਾਬੀ ਸੂਬੇ ਦੀ ਮੰਗ ਦੀ ਮੁਖਾਲਫਤ ਇੱਕ ਹੋਰ ਤਰੀਕੇ ਨਾਲ ਵੀ ਕੀਤੀ। ਪੰਜਾਬ ਸਰਕਾਰ ਨੇ 1 ਮਾਰਚ 1960 ਦੇ ਦਿਨ ਪੰਜਾਬ ਦੀ ਬੋਲੀ ਦੇ ਮਸਲੇ ਬਾਰੇ ਇੱਕ 26 ਮੈਂਬਰੀ ਕਮੇਟੀ ਬਣਾ ਦਿੱਤੀ ਤਾਂ ਜੋ ਲੋਕਾਂ ਦਾ ਧਿਆਨ ਪੰਜਾਬੀ ਸੂਬੇ ਦੇ ਸਵਾਲ ਤੋਂ ਹਟਾਇਆ ਜਾ ਸਕੇ। 7 ਮਾਰਚ 1960 ਨੂੰ ਸ਼੍ਰੋਮਣੀ ਕਮੇਟੀ ਤੇ ਫਿਰ 15 ਮਾਰਚ ਨੂੰ ਅਕਾਲੀ ਦਲ ਨੇ ਵੀ ਇਸ ਕਮੇਟੀ ਦੀ ਮੁਖਾਲਫਤ ਕੀਤੀ। 1961 ਨਹਿਰੂ ਤੇ ਫਤਿਹ ਸਿੰਘ ਵਿਚਕਾਰ ਦੂਜੀ ਮੀਟਿੰਗ। 9 ਜਨਵਰੀ 1960 ਦੇ ਦਿਨ ਫਤਿਹ ਸਿੰਘ ਨੇ ਪੰਜਾਬੀ ਸੂਬੇ ਵਾਸਤੇ ਰੱਖਿਆ ਮਨਮਰਕ ਤੋੜ ਦਿੱਤਾ ਤੇ ਨਹਿਰੂ ਨੇ ਉਸ ਨੂੰ ਗੱਲਬਾਤ ਕਰਨ ਵਾਸਤੇ ਬੁਲਾ ਲਿਆ। ਪਹਿਲੀ ਮੁਲਾਕਾਤ 'ਚ 8 ਫਰਵਰੀ 1961 ਨੂੰ ਹੋਈ ਤੇ ਦੂਜੀ 1 ਮਾਰਚ 1961 ਨੂੰ। ਇਸ ਮੀਟਿੰਗ 'ਚ ਨਹਿਰੂ ਨੇ ਫਤਿਹ ਸਿੰਘ ਨੂੰ ਕਿਹਾ ਕਿ ਇਸ ਵੇਲੇ ਸਰਹੱਦ ਤੇ ਚੀਨ ਦੇ ਹਮਲੇ ਦਾ ਖਦਸ਼ਾ ਹੈ ਤੇ ਪੰਜਾਬੀ ਸੂਬਾ ਬਣਾਉਣਾ ਮਾਸਟਰ ਤਾਰਾ ਸਿੰਘ ਦੇ ਹੱਥ 'ਚ ਤਾਕਤ ਸੌਂਪਣਾ ਹੋਵੇਗਾ। ਮੈਂ ਇੱਕ ਦੁਸ਼ਮਣ ਦੇ ਹੱਥ ਤਾਕਤ ਕਿਵੇਂ ਸੌਂਪ ਦੇਵਾਂ? ਹਾਂ, ਜੇ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਤਾਂ ਗੱਲ ਹੋਰ ਸੀ। ਫਤਿਹ ਸਿੰਘ ਵਾਸਤੇ ਇਹ ਬੜੀ ਵੱਡੀ ਗੱਲ ਸੀ ਕਿ ਨਹਿਰੂ ਉਸ ਦੀ ਤਾਰੀਫ ਕਰ ਰਿਹਾ ਸੀ ਤੇ ਮਾਸਟਰ ਦੀ ਮੁਖਾਲਫਤ। ਹੁਣ ਫਤਿਹ ਸਿੰਘ ਦੇ ਮਨ 'ਚ ਮਾਸਟਰ ਤਾਰਾ ਸਿੰਘ ਦੀ ਥਾਂ ਹਾਸਲ ਕਰਨ ਦਾ ਵਿਚਾਰ ਪ੍ਰਗਟਣਾ ਸ਼ੁਰੂ ਹੋ ਗਿਆ। ਇਸ ਨੂੰ ਨਹਿਰੂ ਨੇ ਵੀ ਭਾਂਪ ਲਿਆ। ਬਸ ਇੱਥੇ ਹੀ ਫਤਿਹ ਸਿੰਘ ਦੀ ਬਗਾਵਤ ਦਾ ਮੁੱਢ ਵੱਜ ਗਿਆ ਸੀ, ਪਰ ਉਹ ਅਜੇ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਸੀ। ਇਸ ਵਾਰ ਵੀ ਪਿਛਲੀ ਮੀਟਿੰਗ ਵਾਂਗ ਪਹਿਲਾ ਅੱਧਾ ਘੰਟਾ ਨਹਿਰੂ ਤੇ ਫਤਿਹ ਸਿੰਘ ਇਕੱਲੇ ਮਿਲੇ ਤੇ ਫਿਰ ਲਛਮਣ ਸਿੰਘ ਗਿੱਲ, ਹਰਬੰਸ ਸਿੰਘ ਗੁਜਰਾਲ ਤੇ ਗੁਰਬਖਸ਼ ਸਿੰਘ ਐਡਵੋਕੇਟ ਗੁਰਦਾਸਪੁਰ ਵੀ ਆ ਗਏ। ਇਸ 'ਚ ਉਹਨਾਂ ਨੇ ਕੈਰੋਂ ਵਿਰੁੱਧ 15 ਸਫ਼ੇ ਦਾ ਯਾਦ ਪੱਤਰ ਵੀ ਦਿੱਤਾ ਤੇ ਉਸ ਵਿਰੁੱਧ ਪੜਤਾਲ ਦੀ ਮੰਗ ਕੀਤੀ। ਨਾਲ ਹੀ ਪੰਜਾਬੀ ਸੂਬੇ ਸੰਬੰਧੀ ਕੀਤੇ ਮੁਕੱਦਮੇ ਵਾਪਸ ਲੈਣ ਦੀ ਵੀ ਮੰਗ ਕੀਤੀ। 1987 CRPF ਨੇ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਤੇ ਹਮਲਾ ਕੀਤਾ। 7 ਜੂਨ 1986 ਨੂੰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ CRPF ਤੇ BSF ਦੇ ਹਵਾਲੇ ਕਰ ਦਿੱਤੇ ਗਏ ਸਨ। ਗੁਰਦਾਸਪੁਰ ਦੇ 56 ਪਿੰਡਾਂ 'ਚ ਤਾਂ CRPF ਦੀਆਂ ਪੱਕੀਆਂ ਚੌਕੀਆਂ ਕਾਇਮ ਕਰ ਦਿੱਤੀਆਂ ਗਈਆਂ। ਇਸ ਮਗਰੋਂ ਤਾਂ CRPF ਨੂੰ ਹੋਰ ਜ਼ਿਲ੍ਹਿਆਂ 'ਚ ਵੀ ਤਾਇਨਾਤ ਕਰ ਦਿੱਤਾ ਗਿਆ ਸੀ। CRPF ਉੱਤੋਂ ਤਾਂ ਭਾਵੇਂ ਨੀਮ ਫੌਜੀ ਦਸਤੇ ਸਨ, ਪਰ ਅਸਲ 'ਚ ਇਹ ਫਿਰਕੂ ਹਿੰਦੂ ਫੌਜ ਸੀ ਜਿਸ ਨੂੰ ਕਿ ਮੁਸਲਮਾਨਾਂ ਤੇ ਸਿੱਖਾਂ ਨਾਲ ਨਫ਼ਰਤ ਸਿਖਾਈ ਜਾਂਦੀ ਸੀ। ਪੰਜਾਬ 'ਚ ਇਸ ਦਾ ਰੋਲ ਸਿੱਖਾਂ ਤੇ ਹਮਲੇ ਕਰਨਾ ਤੇ ਉਹਨਾਂ ਤੇ ਜ਼ੁਲਮ ਕਰਨਾ ਸੀ। ਜਦ ਦਹਿਸ਼ਤਗਰਦ ਹਿੰਦੂ ਸਿੱਖਾਂ ਵਿਰੁੱਧ ਜਲੂਸ ਕੱਢਦੇ ਸਨ ਜਾਂ ਸਿੱਖਾਂ ਤੇ ਹਮਲੇ ਕਰਦੇ ਸਨ ਤਾਂ CRPF ਹਿੰਦੂਆਂ ਦੀ ਹਿਫਾਜ਼ਤ ਕਰਦੀ ਸੀ। ਪੰਜਾਬ 'ਚ CRPF ਹੱਥੋਂ ਹਜ਼ਾਰਾਂ ਸਿੱਖ ਮਾਰੇ ਸਨ ਤੇ ਇਸ ਨੇ ਅੰਤਾਂ ਦਾ ਜ਼ੁਲਮ ਕੀਤਾ ਸੀ। ਇਸ ਜ਼ੁਲਮ ਦੀ ਕੜੀ 'ਚ 1 ਮਾਰਚ 1987 ਦੇ ਦਿਨ CRPF ਨੇ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ। ਮਗਰੋਂ ਇਸ ਨੂੰ ਖਾੜਕੂਆਂ ਨਾਲ ਮੁਕਾਬਲੇ ਦਾ ਨਾਂ ਦਿੱਤਾ ਗਿਆ। CRPF ਦੀ ਗੋਲੀਬਾਰੀ 'ਚ 5 ਸਿੱਖ ਮਾਰੇ ਗਏ। ਇਨ੍ਹਾਂ 'ਚ ਰਘਬੀਰ ਸਿੰਘ ਤੇ ਕੁਲਵੰਤ ਕੌਰ ਵੀ ਸ਼ਾਮਲ ਸਨ। CRPF ਨੇ 10 ਸਿੱਖ, ਜਿਨ੍ਹਾਂ 'ਚ ਖੁਦ ਮੱਥਾ ਟੇਕਣ ਆਏ ਸ਼ਰਧਾਲੂ ਸਨ ਤੇ ਬਾਕੀ ਗੁਰਦੁਆਰੇ ਦੇ ਸੇਵਾਦਾਰ ਸਨ, ਹਿਰਾਸਤ 'ਚ ਲੈ ਲਏ। ਜਨਤਾ ਪਾਰਟੀ ਦੇ ਕਿਰਪਾਲ ਸਿੰਘ ਨੇ ਇਸ ਹਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਹਨਾਂ ਆਖਿਆ ਸੀ ਕਿ CRPF ਨੇ ਬੇਗੁਨਾਹ ਸਿੱਖਾਂ ਤੇ ਹਮਲਾ ਕੀਤਾ ਹੈ। 1 ਮਾਰਚ 1992 ਦੇ ਦਿਨ ਪੁਲਿਸ ਨੇ ਕਮਲਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਨਾਵਾ ਜ਼ਿਲ੍ਹਾ ਅੰਮ੍ਰਿਤਸਰ ਤੇ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਿਰਕਲਾਂ ਜ਼ਿਲ੍ਹਾ ਬਠਿੰਡਾ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 1 ਮਾਰਚ ਦਾ ਦਿਨ। ਸਿੱਖ